ਦੁਨੀਆ ਦੇ ਵਿੱਚ ਰੱਬ ਤੋਂ ਬਾਅਦ ਤੇ ਆਪਣੇ ਮਾਂ-ਪਿਓ ਤੋਂ ਬਾਅਦ ਜੇਕਰ ਕਿਸੇ ਨੂੰ ਬਹੁਤ ਜ਼ਿਆਦਾ ਰਿਸਪੈਕਟ ਮਿਲਦੀ ਹੈ ਨਾ, ਤਾਂ ਉਸ ਧਾਰਮਿਕ ਲੋਕਾਂ ਨੂੰ ਮਿਲਦੀ ਹੈ ਜਿਹੜੇ ਉਸ ਧਰਮ ਦੇ ਸਕਾਲਰ ਹੁੰਦੇ ਆ। ਠੀਕ ਹੈ, ਚਾਹੇ ਮੁਸਲਮਾਨ ਮੌਲਵੀ ਹੈ, ਹਿੰਦੂ ਦੇ ਪੰਡਤ ਹੈ, ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹੈ ਜਾਂ ਕੀਰਤਨੀ ਹੈ, ਇਹਨਾਂ ਨੂੰ ਬਹੁਤ ਇੱਜ਼ਤ ਮਿਲਦੀ ਹੈ। ਠੀਕ ਹੈ, ਪਰ ਅੱਜ ਗੱਲ ਕਰਾਂਗੇ ਆਪਾਂ ਪਾਕਿਸਤਾਨ ਦੇ ਮੌਲਵੀਆਂ ਦੀ, ਜਿਨ੍ਹਾਂ ਦੇ ਉੱਤੇ ਕੇਸਿਸ ਦਰਜ ਹੋਏ, ਯਾਨੀ ਕਿ ਜਿਨ੍ਹਾਂ ਦੇ ਪਰਚੇ ਪਏ ਆ। ਤਾਂ ਇਹ ਬੜੀ ਇੱਕ ਦੇਖਣ 'ਚ ਬੜੀ ਅਜੀਬ ਜੀ ਗੱਲ ਲੱਗਦੀ ਹੈ, ਬੜਾ ਸ਼ੌਕਿੰਗ ਇੱਕ ਰਿਐਕਸ਼ਨ ਆਉਂਦਾ ਹੈ ਕਿ ਹੈ ਮੌਲਵੀਆਂ ਦੇ ਉੱਤੇ ਪਰਚੇ। ਮਤਲਬ ਮੌਲਵੀ ਦਾ ਯਾਰ ਸੰਸਾਰ ਨੂੰ ਸਿੱਧੇ ਰਾਹ ਤੇ ਪਾਉਂਦੇ ਆ, ਤੇ ਸਿੱਧੇ ਰਾਹ ਤੇ ਪਾਉਂਦੇ ਪਾਉਂਦੇ ਇਹੋ ਜਿਹਾ ਕੀ ਹੋ ਗਿਆ ਵੀ ਖੁਦ ਉਹ ਆਪਣੇ ਦੇ ਪਰਚੇ ਕਰਾ ਲਏ ਉਹਨਾਂ ਨੇ। ਪਰਚੇ ਝੂਠੇ ਹੈ ਜਾਂ ਸੱਚੇ ਆ ਉਹ ਬਾਅਦ ਦੀ ਗੱਲ ਹੈ, ਪਰ ਇੱਕ ਵਾਰੀ ਪਰਚਾ ਹੋਵੇ। ਠੀਕ ਹੈ, ਇਹ ਇੱਕ ਗੱਲ ਹੈ। ਸੋ ਦੇਖਾਂਗੇ ਅੱਜ ਪਾਕਿਸਤਾਨ ਦੇ ਉਹ ਟੌਪ ਮੌਲਵੀ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਆ। ਪਰਚੇ ਕਿਉਂ ਹੋਏ ਆ? ਪਰਚੇ ਦੇਖੋ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਇਸਲਾਮਿਕ ਸਕਾਲਰ ਹੁੰਦੇ ਆ, ਉਹ ਕੋਈ ਨਾਲ ਦੇ ਉਹਨਾਂ ਦੇ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਕੋਈ ਮੌਲਵੀ ਹੁੰਦੇ ਜਿਹੜੇ ਉਹਨਾਂ ਤੋਂ ਖਾਰ ਖਾਂਦੇ ਆ, ਜਿਹੜੇ ਉਹਨਾਂ ਦੇ ਵਿਰੁੱਧ ਪ੍ਰਚਾਰ ਕਰਦੇ ਆ, ਜਾਂ ਕੁਝ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ, ਆਪਸੀ ਕੌਨਫਲਿਕਟ ਹੁੰਦੇ ਆ, ਤਾਂ ਉਹ ਜਿਹੜੇ ਆਪਸੀ ਉਹਨਾਂ ਦੇ ਹੋਰ ਮੌਲਵੀ ਹੁੰਦੇ ਆ ਉਹੀ ਉਹਨਾਂ ਦੇ ਪਰਚੇ ਪਵਾ ਦਿੰਦੇ ਆ। ਕਈ ਵਾਰੀ ਲੋਕਾਂ ਦੇ ਦੁਆਰਾ ਹੋ ਜਾਂਦੇ ਆ, ਕਈ ਵਾਰੀ ਹੋ ਸਕਦਾ ਕਿਸੇ ਮੌਲਵੀ ਨੇ ਕੋਈ ਗਲਤ ਕੰਮ ਕੀਤਾ ਹੋਵੇ, ਉਹਦੇ ਕਰਕੇ ਉੱਤੇ ਪਰਚਾ ਹੋ ਗਿਆ। ਸੋ ਵਟਐਵਰ ਜੋ ਵੀ ਮਤਲਬ ਕੁਝ ਵੀ ਹੋ ਸਕਦਾ। ਸੋ ਲੈਟਸ ਵਾਚ ਇਟ ਆਊਟ ਕਿ ਕਿਹੜੇ ਕਿਹੜੇ ਉਹ ਮੌਲਵੀ ਹੈ ਜਿਨ੍ਹਾਂ ਦੇ ਉੱਤੇ ਪਰਚੇ ਪਏ ਆ, ਤੇ ਕੀ ਉਹ ਜਿਹੜੇ ਪਰਚੇ ਸੀ ਉਹ ਤਾਂ ਖਲਾਸ ਹੋ ਗਏ ਕਿ नहीं हुए। एनी हाउ देखते हैं। तो क्या आप जानते हैं कि मौलाना तारिक जमील पर तौहीन पैगंबर का इल्जाम लगाया गया था? और क्या आपको पता है कि किस तरह मुफ्ती तारिक मसूद को कुरान करीम के मुतालिक बात करने पर रुसवा किया गया? प्लस क्यों ऑलमोस्ट पूरे पाकिस्तान के आलमे दीन हाथ धोकर इंजीनियर मोहम्मद अली मिर्जा के पीछे पड़ गए हैं। वेल, आज के इस वीडियो में मैं आपको तौहीन मजहब के केस में फंसने वाले फेमस इस्लामिक स्कॉलर्स के बारे में बताने जा रहा हूँ। तो शुरू यार मौलाना तारिक जमील साहब ते अली मिर्जा साहब ये दोनों मैनू चंगे लगते हैं यार, दोनों वधिया काम करते हैं ये तो। अबे ये हिंदी किस में आ गई बीच में? करते हैं अपना काउंटडाउन। इंजीनियर मोहम्मद अली मिर्जा। दोस्तों, इंजीनियर साहब को कौन नहीं जानता। मोहम्मद अली इस वक्त पाकिस्तान के सबसे वायरल इस्लामिक स्कॉलर्स में से एक हैं। इन्होंने ना सिर्फ इस्लामिक माफिया को एक्सपोज किया, बल्कि जाली बाबों और चंदा तंजीमों को ऐसा बेनकाब किया कि लोगों को शऊर आया है कि कैसे दीन के नाम पर अरबों रुपए लूटे जा रहे हैं। इंजीनियर साहब ऐसे बंदे हैं जिन्होंने डॉक्टर इसरार अहमद की तरह लोगों को तौहीद और दीन हक पर चलने की तरगीब दी है, और इनकी वजह से हजारों नहीं बल्कि लाखों लोगों ने तौहीद का असल मफहूम समझा है। लेकिन भला ऐसा बंदा बाबों और चंदे वालों को कैसे हजम हो सकता था? इसलिए पूरे मुल्क के मौलवी इनके खिलाफ हो गए। यार अली मिर्जा साहब ਦਾ ਡਿਟੇਲ ਦੇ ਵਿੱਚ ਜਿਹੜਾ ਉਹ ਬਿਆਨ ਕਰਦੇ ਹਨ, ਜਿਹੜਾ ਚੀਜ਼ਾਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ, ਕੁਰਾਨ ਦੀਆਂ ਆਇਤਾਂ ਨੂੰ ਜਿਹੜਾ ਐਕਸਪਲੇਨ ਕਰਦੇ ਆ। ਆਪਣੇ ਮੇਨ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਆ ਉਹਨਾਂ ਦੀਆਂ, ਉਹਨਾਂ ਤੇ ਰਿਐਕਸ਼ਨ ਕੀਤਾ ਹੋਇਆ ਤੇ ਬਹੁਤ ਵਧੀਆ ਲੱਗਦੇ ਆ ਯਾਰ ਮੈਨੂੰ। ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਤੇ ਪਰ ਉਹਨਾਂ ਤੇ ਵੀ ਪਰਚਾ ਕਰਾ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ ਪਿਆ। ਠੀਕ ਹੈ, ਇਹੋ ਜਿਹੇ ਬਾਬਿਆਂ ਨੂੰ ਜਿਹੜੇ ਪਖੰਡੀ ਹੈ ਤੇ ਜਿਹੜੇ ਸ਼ਿਰਕ ਕਰਦੇ ਆ ਭਰ ਕੇ ਹੈ, ਪਰ ਫਿਰ ਵੀ ਉਹਨਾਂ ਨੂੰ ਕੋਈ ਕੁਝ ਕਹਿੰਦਾ ही नहीं। इवन इन पर कई दफा जानलेवा हमला भी किया गया जिसमें ये बच गए। पर सबसे अफसोस की बात यह है कि जिस शख्स ने सारी जिंदगी लोगों को बाबे छोड़कर नबी करीम सल्लल्लाहु अलैहि वसल्लम की हदीस पढ़कर हिदायत हासिल करने का दर्स दिया, और जिनका नारा ये था कि नबी के जैसा है ही कोई नहीं, बाबे ते कोई नहीं, फिरकों की दुकानें बंद, द डैमेज हैज बीन डन। और मरने से पहले ऐ मुसलमान कर ले इस पे गौर, किताबों का खुदा और है, बाबों का खुदा और। ऐसे बंदे पर तौहीन रिसालत का इल्जाम लगा दिया गया। इनका देखो कसूर कितना यार सिर्फ इतना कमाल था है। कि इन्होंने ईसाइयों के जो दज्जाल के बारे में नजरियात थे इस पर बात कही, लेकिन इस बात को इतना उछाला गया कि आज ये बंदा सलाखों के ਡਾਕਟਰ ਇਸਰਾਰ ਅਹਿਮਦ ਸਾਹਿਬ ਨੇ ਵੀ ਇਹ ਗੱਲ ਕੀਤੀ ਹੋਈ ਹੈ ਇਸੇ ਟੌਪਿਕ ਤੇ। ਉਹਨਾਂ ਨੇ ਇਹੋ ਜਿਹੇ ਲੈਵਲ ਤੇ ਕੀਤੀ ਹੋਈ ਹੈ, ਇਹੋ ਜਿਹੇ ਸ਼ਬਦ ਯੂਜ਼ ਕੀਤੇ ਸੀਗੇ, ਪਰ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਪਰ ਬਸ ਅਲੀ ਮਿਰਜ਼ਾ ਤੇ ਇੱਕ ਇਹਨਾਂ ਨੂੰ ਮੌਕਾ ਚਾਹੀਦਾ ਸੀਗਾ ਤੇ ਟੁੱਟ ਕੇ ਪੈ ਗਏ। पीछे बैठा है। जो मौलवी बाबों के लिए जान तक देने के लिए तैयार थे, वो तो इनके पीछे हाथ धोकर पड़ गए और इन्हें मौका मिल गया, और इन्हें इवन गुस्ताखे रसूल भी कह दिया गया। हालांकि अगर बंदे में जरा सा भी शऊर हो तो वो सोचेगा कि जिस शख्स की जिंदगी का मकसद ये था कि लोग बाबों को छोड़कर रसूलुल्लाह सल्लल्लाहु अलैहि वसल्लम की तालीमात इख्तियार करें, वो गुस्ताखी रसूल कैसे हो सकता है? और तो और इस्लामी नजरियाती कौंसिल ने भी इंजीनियर मोहम्मद अली मिर्जा पर 3600 फतवे लगा दिए। असल बात ये है कि मोहम्मद अली का कसूर ईसाइयों या दज्जाल की बात करना नहीं था, बल्कि इनका असल कसूर ये है कि ये बाबों और दीन बेचने वालों को एक्सपोज कर रहे थे। ये दरबारों और
पीरों फकीरों के खिलाफ थे, क्योंकि ये कहते थे कि इनसे मांगने की बजाय अल्लाह से मांगना चाहिए। ये मरे हुए लोग किसी को क्या दे सकते हैं, और अवाम इनको बहुत ज्यादा मानना शुरू हो गई थी। सो ये बात तो चंदा लेने वालों को कभी हजम नहीं हो सकती कि कोई इनके चंदे और बाबों पर अटैक कर डाले। अफसोस की बात यह है कि पूरे मुल्क के आलिम दीन एक तरफ खड़े हैं और इंजीनियर मोहम्मद अली मिर्जा दूसरी तरफ खड़े हैं। वेल, अभी ये केस कोर्ट ਯਾਰ ਹੁਣ ਵੀ ਵੱਡੇ ਵੱਡੇ ਜਿਹੜੇ ਬਾਕੀ ਸਕੋਲਰ ਹੈ ਜਾਂ ਜਿਹੜੇ ਅਲੀ ਮਿਰਜ਼ਾ ਸਾਹਿਬ ਦੇ ਵੱਡੇ ਵੱਡੇ ਪੋਡਕਾਸਟ ਕਰਦੇ ਹੁੰਦੇ ਸੀ, ਵੱਡੇ ਵੱਡੇ ਯੂਟਿਊਬਰ, ਕੋਈ ਵੀ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਹੁਣ। ਹੈ ਕਮਾਲ ਦੀ ਗੱਲ ਹੈ ਬਾਈ, ਹੱਦ ਹੋ ਗਈ ਹੈ ਯਾਰ। ਅਲੀ ਮਿਰਜ਼ਾ ਸਾਹਿਬ ਨਾਲ ਦੇ ਖੜਨਾ ਚਾਹੀਦਾ, ਇਹਨਾਂ ਦੇ ਨਾਲ ਜਾ ਕੇ ਇਹਨਾਂ ਦੇ ਨਾਲ ਖੜੋ, ਦੇਖੋ ਕੀ ਸਿਸਟਮ ਹੈ। में चल रहा है और मोहम्मद अली मिर्जा को बेल वगैरह भी नहीं दी गई। मुफ्ती तारक मसूद, दोस्तों मुफ्ती तारक मसूद साहब पाकिस्तान के सबसे बड़े मजहबी स्कॉलर्स में से एक हैं। अगर आप यूट्यूब खोलकर देखेंगे तो इनके हजारों मसाइल और फतवे सुनने को मिलेंगे। ये एक ऐसी पर्सनैलिटी हैं जिन्हें ना सिर्फ पाकिस्तान बल्कि फॉरेन में भी पसंद किया जाता है। खास तौर पर हर वो शख्स जो 2 या 2 से ज्यादा शादियां का ख्वाहिशमंद हो, वो मुफ्ती साहब को जरूर जानता होगा। सिर्फ इतना ही नहीं, मुफ्ती तारक मसूद साहब ने आज तक जिस ईमानदारी और नेकी से दीन की खिदमत की है, वो किसी मुसलमान से छुपी नहीं है। इन्होंने हमेशा उम्मत को गुमराह होने से बचाने की कोशिश की है और सिर्फ एक अल्लाह और रसूल की इताअत का दर्स दिया है। लेकिन मुफ्ती हो या कोई भी आलिम दीन, वो होता तो इंसान ही है और इंसान तो खता का पुतला है। अक्सर इसके मुंह से ऐसी बात निकल जाती है जो वो कहना नहीं चाहता, और ना ही इसका वो मतलब होता है जो लोग समझ लेते हैं, और फिर इसका जीना हराम हो जाता है। मुफ्ती मसूद साहब के साथ भी कुछ ऐसा ही मामला पेश आया था। एक दफ़ा ये मजलिस में बैठे तबलीग दे रहे थे तो इन्होंने सिर्फ एक जर्नल सी बात की कि जब रसूल करीम सल्लल्लाहु अलैहि वसल्लम कातब से कुरान पाक लिखवाते थे तो इससे ग्रामर की कुछ मिस्टेक्स हो जाती थी, लेकिन क्योंकि ये अल्लाह की किताब है तो इसे किसी सूरत गलत नहीं कहा जा सकता। यहाँ तक कि इन्होंने अपनी बात की पूरी वजाहत भी की कि फ़लाँ लफ्ज़ का मतलब फ़लाँ है और वो लफ्ज़ इसमें की जाने वाली बात पर फिट नहीं आ रहा। हालांकि इन्होंने माज़अल्लाह रसूल पाक सल्लल्लाहु अलैहि वसल्लम की कोई गलत बात नहीं की और ना ही इनकी बात का कोई और मतलब था, लेकिन इस बात को इतना उछाला गया कि मुफ्ती साहब पर गुस्ताखे रसूल के फतवे लग गए। लोगों ने इनके खिलाफ प्रोपोगंडे शुरू कर दिए और ये तक नहीं सोचा कि जो बंदा इतने सालों से उम्मत को अल्लाह और रसूल की तबलीग का दर्द दे रहा है वो गुस्ताख कैसे हो सकता है। आखिरकार जब ये मामला हद से बढ़ गया तो मुफ्ती तारक मसूद खुद मीडिया के सामने आए और अपने कहे गए अल्फाज की माफ़ी मांगी। मेरा हालिया बयान हुआ है जिसपे काफ़ी कंट्रोवर्सी फैली है और मेरे बारे में ये दावा किया गया कि मैंने ऐसे अल्फाज कहा, उसमें गुस्ताखी का पहलू निकलता है, ये दावा किया गया। मैं अपने इन अल्फाज से रुजू करता हूँ, मुझसे बेहतियाती हुई है तो मैं रुजू करता हूँ अपने अल्फाज से। लेकिन इसके बावजूद भी काफ़ी अरसे तक इन्हें रिलीजियस क्रिटिसिज्म का सामना करना पड़ा। एनीवे, ये तो मुफ्ती साहब का केस था जिसे लोगों ने अंडरस्टैंड कर लिया और इन्हें पब्लिक से माफ़ी भी मिल गई। लेकिन सोचने की बात यह है कि इंजीनियर मोहम्मद अली मिर्ज़ा से भी सेम ऐसी ही मिस्टेक हुई है, मगर इन्हें तो भरपूर सज़ा दी जा रही है और इनकी माफ़ी की कोई गुंजाइश नहीं है और ये तो बेचारे जेल में पड़े हैं। मौलाना तारक जमील, दोस्तों ये जो अजीम हस्ती आप देख रहे हैं, इनसे पाकिस्तान का बच्चा बच्चा वाकिफ है। ये ना सिर्फ एक मजहबी स्कॉलर हैं बल्कि करोड़ों लोगों की दिल की धड़कन भी हैं। बल्कि 90s के दौर से ही इन्होंने अल्लाह के दीन और रसूल करीम सल्लल्लाहु अलैहि वसल्लम की तालीमात को पहले कैसेटों के जरिए और फिर सोशल मीडिया पर इतना ज्यादा फैलाया है कि इतना शायद किसी स्कॉलर ने नहीं फैलाया होगा और इनके चाहने वालों की तादाद करोड़ों से भी ज्यादा है। लेकिन दीन की इतनी खिदमत करने के बावजूद भी ये तौहीन दीन के मामले से नहीं बच सके। इन्होंने एक बयान में हजरत यूसुफ अलैहिस्सलाम का वाकया सुनाया जब जुलेखा ने माज़अल्लाह सुम्मा माज़अल्लाह इन्हें बदनाम करने के लिए इनके गले में जूतों का हार पहनाया और इन्हें गधे पर बिठाकर पूरे इलाके का चक्कर लगवाया। ये वाकया इमाम कुर्तबी की तफसीर में नकल किया गया था और ये बिल्कुल सच है कि हजरत यूसुफ को माज़अल्लाह इस तरीके से बदनाम करने की कोशिश की गई थी और बहुत से उलमा ने इसकी तायद भी की है। लेकिन जब यही बात मौलाना साहब ने की तो इन्हें गुस्ताखे पैगंबर का लकब दे दिया गया। इन्हें इतना जलील और रसवा किया गया कि
ही हाथ जोड़कर सबसे माफी मांगने पर मजबूर हो गए। इन्होंने बार बार हाथ जोड़कर माफिया मांगी, लेकिन इनके हेटर्स को सुकून नहीं आया। इसी साल जून में तो इन्हें एक इज्तिमा में बयान देने से भी रोक दिया गया था। आए दिन मौलाना पर लोग तनकीद करते रहते हैं और ये भी सोचने की जहमत गवारा नहीं करते कि इन्होंने दीन की कितनी खिदमत की है। जुनेद जमशेद भी ऐसे ही लोगों के हत्थे चढ़ हाँ गए थे। यार। असल में हुआ कुछ यूं कि जुनेद भाई एक मजलिस में बैठकर तबलीग दे रहे थे और इसमें अम्मा आयशा सलामुल्लाह अलैह का जिक्र आया। अम्मा आयशा अटेंशन मांगती थी रसूलुल्लाह सल्लल्लाहु अलैहि वसल्लम की, हाँ, सबसे चहीती थी, अटेंशन मांगती थी, अक्सर बीमारों के लेट जाती थी। अल्लाह के नबी आते थे, पूछे क्या हुआ, तीमारदारी करते थे, पूछते थे। तो वो इनकी नबी करीम सल्लल्लाहु अलैहि वसल्लम से मोहब्बत का एक किस्सा सुनाना शुरू हो गए। हालांकि इन्होंने कोई गलत बात नहीं की और ना ही माज़अल्लाह हजरत आयशा की शान में गुस्ताखी की। जुनेद जमशेद की ज़बान से एक लफ्ज़ निकल गया था, गलती हो गई थी उससे, हज़रत आयशा के बारे में कुछ कलिमात उसने ऐसे कहे जो मैं समझता हूँ गैर शरई भी नहीं थे, ना उसमें कोई गुस्ताखी का पहलू। लेकिन लोगों ने इनकी इस बात को पकड़ लिया और कहा कि जुनेद ने नौजुबिल्ला अम्मा आयशा का मजाक उड़ाया है। जब ये क्लिप वायरल हुआ तो जुनेद भाई ने हाथ जोड़कर पूरी कौम से माफी मांगी कि इनका ये मतलब नहीं था। सामने हाथ जोड़कर भीख के दर्जे में दरखास्त करता हूं कि मुझे माफ कर दीजिए। लेकिन अवाम इंसान को कहाँ छोड़ती है। इनके खिलाफ इतने प्रोपेगेंडे किए गए कि एक बार तो जुनेद भाई इस्लामाबाद एयरपोर्ट पर मौजूद थे और वहां लफंगों ने इन्हें गालियां देकर मारना पीटना शुरू कर दिया था। बड़ी मुश्किलों से सिक्योरिटी ने इन्हें बचाया था और इन्हें एयरपोर्ट के अंदर ले गए थे। ऑनेस्टली देखा जाए तो जिन लोगों ने इन पर ये फतवे लगाए थे, अगर ये सिंगर होते तो बिलीव मी ये सारे इनके फैन होने थे। इन्हें इस बात पर इतना रुसवा किया गया कि इसके बारे में सुनकर बंदे का कलेजा फट जाएगा। बंदा सोचेगा कि एक शख्स ने अपनी पूरी जिंदगी दीन के नाम कर दी और इसे ये सिला दिया गया। इस वाकये के बाद तो जुनेद भाई पूरी तरह टूट गए थे और अनफॉर्चुनेटली एक प्लेन हादसे में इनकी डेथ हो गई। शॉकिंग बात यह है कि इनकी वफात के बाद भी लोगों ने इन्हें नहीं छोड़ा और इन्हें तंज का शिकार किया और कहा कि ये इनके गुनाहों की सजा है कि इनकी प्लेन में डेथ हुई है। बहरहाल जो भी हो, इनके साथ बहुत बुरा हुआ और जो भी लोग इसमें शामिल थे उन्हें क़यामत वाले दिन जुनेद भाई को हिसाब जरूर देना होगा। ਓਕੇ ਜੀ ਗਾਇਜ਼, ਇਹ ਸੀਗੀ ਅੱਜ ਦੀ ਇੱਕ ਵੀਡੀਓ। ਯਾਰ ਆ ਐਂਡ ਵਾਲਾ ਜਿਹੜਾ ਜੁਨੇਦ ਜਮਸ਼ੇਦ ਵਾਲਾ ਵਾਕਿਆ ਸੁਣਿਆ ਨਾ, ਇਹ ਸੁਣ ਕੇ ਤਾਂ ਬੜਾ ਅਜੀਬ ਲੱਗਾ ਯਾਰ। ਲੋਕੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ, ਲੋਕੀ ਛੱਡਦੇ ਨਹੀਂ ਨਾ। ਦੇਖੋ ਜਿਹੜੇ ਮੌਲਵੀ ਹੁੰਦੇ ਆ ਜਾਂ ਕਿਸੇ ਵੀ ਧਰਮ ਦੇ ਕੋਈ ਧਾਰਮਿਕ ਸਕੋਲਰ ਹੈ ਤਾਂ ਉਹ ਸਾਰੀ ਉਮਰ ਦੇ ਆਪਦੀ ਲਗਾ ਦਿੰਦੇ ਆ ਧਰਮ ਦੀ ਖਿਦਮਤ ਕਰਨ ਦੇ ਲਈ, ਠੀਕ ਹੈ। ਤਾਂ ਦੇਖੋ ਉਹ ਹੈ ਨਾ ਕਿ ਉਹਨਾਂ ਦਾ ਜਿਹੜਾ ਪਿਛਲੇ ਕੋਈ 50 ਸਾਲਾਂ ਦਾ ਚੰਗਾ ਕੰਮ ਕੀਤਾ ਉਹ ਨਹੀਂ ਲੋਕਾਂ ਨੂੰ ਯਾਦ ਰਹਿੰਦਾ। ਕੋਈ ਇੱਕ ਦਿਨ ਦੀ, ਕੋਈ ਇੱਕ ਘੰਟੇ ਦੀ, 1 ਮਿੰਟ ਦੇ ਵਿੱਚ ਕੋਈ ਗੱਲ ਕੀਤੀ ਗਈ ਹੋਵੇ ਐਡੀ ਛੋਟੀ ਜੀ, ਉਹ ਸਾਰਾ ਕੀਤਾ ਕਰਾਇਆ ਪਿਛਲਾ ਖੂਹ 'ਚ ਪਾ ਦਿੰਦੇ ਲੋਕ, ਸਾਰਾ ਕੁਝ ਭੁੱਲ ਜਾਂਦੇ ਆ, ਠੀਕ ਹੈ। ਹਾਲਾਂਕਿ ਇਹ ਗਲਤੀਆਂ ਕੋਈ ਐਡੀਆਂ ਵੱਡੀਆਂ ਵੀ ਨਹੀਂ ਹੁੰਦੀਆਂ, ਪਰ ਫਿਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਨਾ ਜਿਹੜੇ ਇਹਨਾਂ ਸਕੋਲਰਾਂ ਨੂੰ ਪਸੰਦ ਨਹੀਂ ਕਰਦੇ ਹੁੰਦੇ, ਇਹਨਾਂ ਨੂੰ ਮੌਕਾ ਮਿਲਦਾ। ਜਦੋਂ ਇਹਨਾਂ ਨੂੰ ਮੌਕਾ ਮਿਲ ਜਾਂਦਾ ਫਿਰ ਇਹ ਹੱਥ ਧੋ ਕੇ ਇਹਨਾਂ ਦੇ ਪਿੱਛੇ ਪੈ ਜਾਂਦੇ ਆ ਕਿ ਲੈ ਵੀ ਹੁਣ ਊਠ ਆ ਜਿਹੜਾ ਪਹਾੜ ਦੇ ਥੱਲੇ ਆ ਗਿਆ, ਹੁਣ ਨਹੀਂ ਅਸੀਂ ਇਹਨੂੰ ਛੱਡਦੇ, ਠੀਕ ਹੈ। ਤਾਂ ਇਹ ਚੀਜ਼ਾਂ ਹੁੰਦੀਆਂ, ਪਰ ਬਹੁਤ ਹੀ ਗਲਤ ਗੱਲ ਹੈ ਯਾਰ। ਇਹਨਾਂ ਦਾ ਜੋ ਇਹਨਾਂ ਦੇ ਐਫਰਟਸ ਹੁੰਦੇ ਆ ਪੂਰੀ ਕੌਮ ਦੇ ਲਈ, ਪੂਰੇ ਧਰਮ ਦੇ ਲਈ, ਉਹਨਾਂ ਨੂੰ ਉਸ ਦੇ ਮੱਦੇ ਨਜ਼ਰ ਦੇਖਣਾ ਚਾਹੀਦਾ ਕਿ ਯਾਰ ਇਹ ਚੀਜ਼ ਹੈ ਜਿਹੜੀ ਉਹ ਇੱਦਾਂ ਨਹੀਂ। ਹੁਣ ਮੈਂ ਇੱਕ ਨੌਨ ਮੁਸਲਿਮ ਹਾਂ, ਅਲੀ ਮਿਰਜ਼ਾ ਵਾਲੇ ਕੇਸ ਦੇ ਵਿੱਚ ਮੈਨੂੰ ਇੰਨੀ ਗੱਲ ਸਮਝ ਆ ਰਹੀ ਹੈ ਕਿ ਬਈ ਉਹ ਬੰਦੇ ਨੇ ਜਿਹੜੀ ਕੋਈ ਡਿਸਰਿਸਪੈਕਟ, ਠੀਕ ਹੈ, ਉਹ ਨਹੀਂ ਕੀਤੀ, ਠੀਕ ਹੈ, ਕਿਸੇ ਵੀ ਪੈਗੰਬਰ ਸਾਹਿਬਾਨ ਦੀ ਜਾਂ ਕੁਰਾਨ ਦੀ, ਉਹਨਾਂ ਨੇ ਕਿਤੇ ਵੀ ਕੋਈ ਡਿਸਰਿਸਪੈਕਟ ਨਹੀਂ ਕੀਤੀ। ਉਹਨਾਂ ਨੇ ਇੱਕ ਵਾਕਿਆ ਸ਼ੇਅਰ ਕੀਤਾ, ਹੋਰ ਕੁਛ ਨਹੀਂ, ਠੀਕ ਹੈ। ਇਹ ਬਸ ਐਵੇਂ ਹਵਾ 'ਚ ਗੱਲ ਬਣਾਈ ਗਈ ਹੈ, ਹੋਰ ਐਡਾ ਕੁਛ ਪਹਾੜ ਨਹੀਂ ਟੁੱਟਿਆ ਹੈਗਾ, ਪਰ ਬਸ ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਕਰਕੇ ਉਹ ਇਹ ਚੀਜ਼ਾਂ ਕਰ ਰਹੇ ਹੈ। ਤੁਸੀਂ ਦੇਖੋ ਵੀ ਇੱਕ ਬੰਦਾ ਜਿਹੜਾ ਕੁਰਾਨ ਦੇ ਜ਼ਰੀਏ ਇਸ ਨੇਚਰ ਦਾ ਹਰ ਇੱਕ ਪਹਿਲੂ ਜਿਹੜਾ ਸਮਝਾ ਰਿਹਾ ਲੋਕਾਂ ਨੂੰ, ਤਾਂ ਉਹ ਕਿੱਡੀ ਵੱਡੀ ਗੱਲ ਹੈ। ਬਾਬਿਆਂ ਨੇ ਇੱਦਾਂ ਥੋੜ੍ਹਾ ਸਮਝਾਉਣਾ, ਬਾਬਿਆਂ ਨੇ ਤਾਂ ਚੰਦਾ ਲੈਣਾ, ਆਪਦੀਆਂ ਮਸਜਿਦਾਂ ਇਕੱਠੀਆਂ ਕਰਨੀਆਂ, ਵੱਡੀਆਂ ਬਣਾਉਣੀਆਂ ਤੇ ਲੰਗਰ ਲਾਉਣੇ ਆ ਤੇ ਜਾਂ ਆਪਦੀਆਂ ਜੇਬਾਂ ਭਰਨੀਆਂ, ਆਪਦੇ ਜਵਾਕ ਇਹਨਾਂ ਦੇ ਸਾਰਿਆਂ ਦੇ ਬਾਹਰ, ਸਮਝੇ ਮੇਰੀ ਗੱਲ। ਤਾਂ ਇਹ ਚੀਜ਼ ਦੇ ਖਿਲਾਫ ਜੇਕਰ ਕੋਈ ਆਵਾਜ਼ ਚੁੱਕਦਾ ਤਾਂ ਇਹਨਾਂ ਦੇ ਬਈ ਮਿਰਚਾਂ ਲੜਦੀਆਂ, ਹੋਰ ਕੋਈ ਗੱਲ ਨਹੀਂ, ਠੀਕ ਹੈ। ਇਹ ਤਾਂ ਮੈਂ ਬਾਹਰ ਬੈਠਾ, ਜੇ ਮੈਂ ਕਿਤੇ ਪਾਕਿਸਤਾਨ 'ਚ ਹੁੰਦਾ ਮੈਂ ਵੀ ਬੜਾ ਬੋਲਿਆ ਇਹਨਾਂ ਬਾਬਿਆਂ ਦੇ ਖਿਲਾਫ, ਮੇਰਾ ਚੈਨਲ ਵੀ ਹੁਣ ਨੂੰ ਇਹਨਾਂ ਨੇ ਬੰਦ ਕਰਾ ਦੇਣਾ ਸੀ। ਤੇ ਇਹ ਗੱਲ ਹੈ। ਸੋ ਗੱਲ ਇਹ ਹੈ ਵੀ ਇਹ ਜਿੱਥੇ ਇਹਨਾਂ ਦੇ ਹੱਥ ਨਹੀਂ ਪਹੁੰਚਦੇ ਨਾ, ਜਿੱਥੇ ਇਹਨਾਂ ਨੂੰ ਲੱਗਦਾ ਕਿ ਬਈ ਇਹ ਬੰਦਾ ਤਾਂ ਬਾਹਲਾ ਉਹ ਚਲੀ ਜਾਂਦਾ, ਸਾਡਾ ਧੰਦਾ ਤਾਂ ਬੰਦ ਹੋ ਜਾਊਗਾ, ਫਿਰ ਇਹ ਉਹਦੀ ਆਵਾਜ਼ ਜਿਹੜੀ ਹੈ ਬੰਦ ਕਰਾਉਣ ਦੀ ਕੋਸ਼ਿਸ਼ ਕਰਦਾ। ਪਰ ਇੱਕ ਗੱਲ ਦਾ ਰਿਗਰੈਟ ਹੈ ਕਿ ਜਿਹੜਾ ਅਲੀ ਮਿਰਜ਼ਾ ਦਾ ਕੋਈ ਸਾਥ ਨਹੀਂ ਦੇ ਰਿਹਾ ਯਾਰ, ਮੈਨੂੰ ਇੱਦਾਂ ਲੱਗਣ ਡਿਆ, ਪਤਾ ਨਹੀਂ ਕਿਉਂ, ਹੈ ਨਾ। ਸਾਥ ਦੇਣਾ ਚਾਹੀਦਾ ਉਹ ਬੰਦੇ ਦਾ। ਹਾਲਾਂਕਿ ਮੌਲਾਨਾ ਤਾਰਿਕ ਜਮੀਲ ਸਾਹਿਬ ਮੈਨੂੰ ਬਹੁਤ
ਬਹੁਤ ਪਸੰਦ ਆ ਮੈਨੂੰ ਇਹ, ਮੈਂ ਇਹਨਾਂ ਦੇ ਬੜੇ ਇਹਨਾਂ ਦੇ ਬਿਆਨ ਸੁਣੇ ਆ। ਤੇ ਇਹਨਾਂ ਦੀ ਟੀਮ ਦੇ ਵੱਲੋਂ ਮੈਨੂੰ ਈਮੇਲ ਆ ਗਈ ਸੀ ਅੱਜ ਤੋਂ 3 ਕੁ ਸਾਲ ਪਹਿਲਾਂ ਕਿ ਵੀ ਸਾਡੇ ਕੰਟੈਂਟ ਤੇ ਰਿਐਕਸ਼ਨ ਤੁਸੀਂ ਨਾ ਕਰਿਆ ਕਰੋ। ਤਾਂ ਫਿਰ ਪਤਾ ਨਹੀਂ ਉਹਨਾਂ ਦਾ ਕੀ ਰੀਜ਼ਨ ਸੀ, ਆਈ ਡੋਂਟ ਨੋ, ਪਰ ਮੈਂ ਰਿਐਕਸ਼ਨ ਕਰਨੇ ਬੰਦ ਕਰਤੇ ਸੀ ਫਿਰ। ਪਰ ਮੈਂ ਇਹਨਾਂ ਨੂੰ ਸੁਣਦਾ ਜ਼ਰੂਰ ਰਿਹਾ, ਮੈਨੂੰ ਇਹ ਪਰਸਨਲੀ ਮੈਨੂੰ ਵਧੀਆ ਲੱਗਦਾ, ਇਹਨਾਂ ਦੀ ਗੱਲਾਂ ਵਧੀਆ ਲੱਗਦਾ, ਠੀਕ ਹੈ। ਤੇ ਬਾਕੀ ਤਾਰੀਕ ਮਸੂਦ ਦੀ ਗੱਲ ਕਰੀਏ, ਉਹਨੂੰ ਮੈਂ ਨਹੀਂ ਸੁਣਦਾ। ਆਪਣੇ ਤੁਹਾਡੇ ਧਰਮ ਦੇ ਲਈ ਉਹ ਬੈਸਟ ਬੰਦਾ ਹੋ ਸਕਦਾ, ਪਰ ਮੈਂ ਉਹ ਬੰਦੇ ਨੂੰ ਲਾਈਕ ਨਹੀਂ ਕਰਦਾ ਕਿਉਂਕਿ ਉਹਨੇ ਸਿੱਖਾਂ ਦੇ ਖਿਲਾਫ ਬੜੇ ਅਪਸ਼ਬਦ ਬੋਲੇ ਹੋਏ ਆ, ਠੀਕ ਹੈ। ਉਹਨੇ ਪਾਸਟ ਦੇ ਵਿੱਚ ਬੋਲੇ ਆ ਜਿਹਦੀ ਉਹਨੇ ਮਾਫੀ ਵੀ ਮੰਗ ਲਈ ਸੀ। ਅੱਜ ਵੀ ਵੀਡੀਓ 'ਚ ਪਤਾ ਲੱਗਾ ਕਿ ਉਹ ਕਹਿੰਦੇ ਵੀ ਮੇਰੇ ਮੂੰਹ 'ਚੋਂ ਗੱਲਾਂ ਨਿਕਲ ਜਾਂਦੀਆਂ, ਮੇਰਾ ਮਤਲਬ ਨਹੀਂ ਹੁੰਦਾ, ਪਰ ਉਹ ਬੇਹੁਦਾ ਮਤਲਬ ਸੀਗੇ ਉਹਦੇ। ਇੱਕ ਇਹ ਤੇ ਇੱਕ ਹੋਰ ਸੀ ਮਿਸਬਹੀ ਕਰਕੇ ਕੋਈ ਬੰਦਾ, ਇੱਕ ਉਹਨੇ ਵੀ ਸਿੱਖਾਂ ਦੇ ਖਿਲਾਫ ਬੋਲਿਆ ਸੀ। ਤਾਂ ਜਿਹੜਾ ਬੰਦਾ ਹੁਣ ਸਿੱਖਾਂ ਦੇ ਖਿਲਾਫ ਬੋਲੂਗਾ, ਗਲਤ ਸ਼ਬਦਾਵਲੀ ਯੂਜ਼ ਕਰੂਗਾ, ਵੀ ਉਹਨੂੰ ਮੈਂ ਤਾਂ ਪਸੰਦ ਕਰਨਾ, ਠੀਕ ਹੈ। ਪਰ ਇਸਲਾਮ ਦੇ ਰਿਗਾਰਡਿੰਗ ਉਹਨਾਂ ਦੇ ਬਹੁਤ ਅਹਿਸਾਨ ਹੈ, ਹੈ ਨਾ, ਉਹਨਾਂ ਨੇ ਬਹੁਤ ਵਧੀਆ ਜੋ ਪ੍ਰਚਾਰ ਕੀਤਾ, ਤਾਂ ਉਹ ਤੁਹਾਨੂੰ ਪਤਾ। ਤੇ ਬਾਕੀ ਜਿਹੜੇ ਐਂਡ ਤੇ ਜੁਨੇਦ ਜਮਸ਼ੇਦ, ਇਹਨਾਂ ਨੂੰ ਵੀ ਮੈਂ ਬਹੁਤ ਪਸੰਦ ਕੀਤਾ, ਇਹਨਾਂ ਦੇ ਮੈਂ ਕਾਫੀ ਸਾਰੇ ਕਲਾਮ ਵੀ ਸੁਣੇ ਆ, ਹੈ ਨਾ, ਤੇ ਇਹਨਾਂ ਦੀ ਪਰਸਨੈਲਿਟੀ, ਇਹਨਾਂ ਦੇ ਇੰਟਰਵਿਊਜ਼ ਵੀ ਦੇਖੇ ਆ, ਤਾਂ ਮੈਨੂੰ ਇਹ ਵੀ ਬੰਦੇ ਜਿਹੜੇ ਬਹੁਤ ਵਧੀਆ ਲੱਗਦੇ ਆ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ। ਐਂਡ ਤੇ ਜਿਹੜੀ ਆਪਾਂ ਕਲਿੱਪ ਦੇਖੀ 에ਅਰਪੋਰਟ ਤੇ, ਯਾਰ ਇਹਨਾਂ ਨੂੰ ਕਿੱਦਾਂ ਉਹ ਬੰਦਾ ਉਹ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਯਾਰ ਇਟਸ ਵੈਰੀ ਰੂਡ ਐਂਡ ਇਟਸ ਵੈਰੀ ਨੌਨਸੈਂਸ। ਮੈਨੂੰ ਨਹੀਂ ਚੰਗੀ ਲੱਗੀ ਉਹ ਚੀਜ਼। ਸੋ ਰਿਸਪੈਕਟ ਕਰਨੀ। ਦੇਖੋ ਯਾਰ, ਇਹ ਧਰਮ ਦੇ ਠੇਕੇਦਾਰ ਬਣ ਜਾਂਦੇ, ਜਿਵੇਂ ਆਪ ਜਿਵੇਂ ਬੜੇ ਸੱਚੇ ਸੁੱਚੇ ਆ, ਸਾਰੀ ਉਮਰ ਤੁਸੀਂ ਗੰਦ ਘੋਲਦੇ ਹੋ, ਠੀਕ ਹੈ। ਤੁਸੀਂ ਕੁੜੀਆਂ ਬਾਰੇ ਸੋਚਦੇ ਹੋ, ਤੁਸੀਂ ਸ਼ਰਾਬਾਂ ਪੀਂਦੇ ਹੋ, ਨਸ਼ੇ ਕਰਦੇ ਹੋ, ਤੁਸੀਂ 5 ਵਕਤ ਦੀ ਨਮਾਜ਼ ਕੀ ਤੁਸੀਂ 2 ਨਮਾਜ਼ਾਂ ਨਹੀਂ ਪੜ੍ਹਦੇ, ਤੇ ਤੁਸੀਂ ਇਹੋ ਜਿਹੇ ਬੰਦੇ ਨੂੰ ਜਾ ਕੇ ਹਿੱਟ ਕਰ ਰਹੇ ਹੋ। ਉਹ ਵੀ ਇੱਕ ਇਹੋ ਜਿਹੀ ਗੱਲ ਤੇ ਜਿਹੜੀ ਕੋਈ ਐਡੀ ਖਾਸ ਮਾਇਨੇ ਨਹੀਂ ਰੱਖਦੀ, ਤੇ ਤੁਸੀਂ ਉਹਨੂੰ ਹਿੱਟ ਕਰਕੇ ਆਪਦਾ ਸਬੂਤ ਦਿੰਦੇ ਹੋ ਕਿ ਤੁਸੀਂ ਬੜੇ ਧਰਮੀ ਹੋ। ਨਹੀਂ, ਤੁਸੀਂ ਬਗੈਰਤ ਹੋ ਭਾਈ ਜੀ, ਭਾਈ ਜਾਨ, ਤੁਸੀਂ ਬਗੈਰਤ ਹੋ। ਸੋ ਇਹ ਸੀ ਅੱਜ ਦੀ ਇੱਕ ਵੀਡੀਓ। ਤੁਹਾਨੂੰ ਕਿਤੇ ਥੱਲੇ ਕਮੈਂਟ ਕਰਕੇ ਪੱਕਾ ਦੱਸਿਓ ਜੀ। ਜੇ ਮੇਰੀ ਕੋਈ ਗੱਲ ਗਲਤ ਲੱਗੀ ਹੋਈ ਤਾਂ ਬਈ ਮੈਨੂੰ ਪਹਿਲਾਂ ਹੀ ਮਾਫੀ ਦੇ ਦਿਓ, ਠੀਕ ਹੈ। ਤਾਂ ਬਾਕੀ ਮੈਨੂੰ ਲੱਗਿਆ ਨਹੀਂ ਕਿ ਮੈਂ ਕੁਝ ਗਲਤ ਬੋਲਿਆ ਹੋਊਗਾ। ਬਾਕੀ ਜੇ ਲੱਗਾ ਤੁਹਾਨੂੰ ਫਿਰ ਵੀ ਮਾਫੀ ਦੇ ਦਿਓ ਭਾਈ। ਤੇ ਇਹ ਸੀ ਅੱਜ ਦੀ ਇੱਕ ਵੀਡੀਓ। ਤੁਹਾਨੂੰ ਕਿੱਦਾਂ ਲੱਗੀ ਥੱਲੇ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ। ਦੈਨ ਮੇਕ ਸ਼ੋਰ ਹਿਟ ਦੈਟ ਸਬਸਕ੍ਰਾਈਬ।